ਹਾਈ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ ਪੰਜਾਬ ਐਗਜ਼ਾਮਸ YouTube ਚੈਨਲ ਤੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਪੰਜਾਬੀ ਸਾਹਿਤ ਦੇ ਇੱਕ ਉੱਘੇ ਵਾਰਤਕਕਾਰ ਜਿਨ੍ਹਾਂ ਦਾ ਨਾਮ ਹੈ ਭਾਈ ਵੀਰ ਸਿੰਘ ਜੀ ਤੇ ਜਿਨ੍ਹਾਂ ਨੂੰ ਰੂਹਾਨੀਅਤ ਭਰੀਆਂ ਰਚਨਾਵਾਂ ਲਿਖਣ ਦੇ ਲਈ ਜਾਣਿਆ ਜਾਂਦਾ ਹੈ। ਤੇ ਪੰਜਾਬੀ ਸਾਹਿਤ ਤੋਂ ਇਲਾਵਾ ਇਹਨਾਂ ਦੀ ਸਿੱਖ ਇਤਿਹਾਸ ਨੂੰ ਵੀ ਕਾਫੀ ਦੇਣ ਹੈ ਕਿਉਂਕਿ ਇਹਨਾਂ ਨੇ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਜੋ ਸਿੱਖ ਇਤਿਹਾਸ ਤੇ ਆਧਾਰਿਤ ਸੀ ਤੇ ਇਹਨਾਂ ਨੇ ਜੋ ਸਿੱਖ ਇਤਿਹਾਸ ਹੈ ਉਹਨੂੰ ਹੋਰ ਵੀ ਗੌਰਵਮਈ ਬਣਾਇਆ ਆਪਣੀਆਂ ਰਚਨਾਵਾਂ ਦੇ ਨਾਲ। ਸੋ ਗੱਲ ਕਰਾਂਗੇ ਜੀ ਭਾਗ ਪਹਿਲੇ ਦੀ, ਜਿਹਦੇ ਵਿੱਚ ਆਪਾਂ ਰਚਨਾਵਾਂ ਤੇ ਸਨਮਾਨ ਜੋ ਵੀ ਭਾਈ ਵੀਰ ਸਿੰਘ ਜੀ ਨੂੰ ਮਿਲੇ ਉਹਦੇ ਬਾਰੇ ਪੜਾਂਗੇ ਤੇ ਇਸ ਤੋਂ ਬਾਅਦ ਜੀ ਵੀਡੀਓ ਦਾ ਇੱਕ ਦੂਸਰਾ ਭਾਗ ਵੀ ਆਏਗਾ ਜਿਹਦੇ ਵਿੱਚ ਇੱਕ ਸੰਪਾਦਕ ਦੇ ਤੌਰ ਤੇ ਭਾਈ ਵੀਰ ਸਿੰਘ ਜੀ ਦੀ ਸਾਹਿਤ ਨੂੰ ਕੀ ਦੇਣ ਹੈ ਤੇ ਕਿਸ ਤਰ੍ਹਾਂ ਇਹਨਾਂ ਨੇ ਪੱਤਰਾਚਾਰੀ ਦੇ ਖੇਤਰ ਵਿੱਚ ਵੀ ਨਾਮ ਕਮਾਇਆ। ਸੋ ਭਾਗ ਦੂਸਰਾ ਵੀ ਤੁਸੀਂ ਦੇਖ ਸਕਦੇ ਹੋ ਤੇ ਦੋਨੋਂ ਹੀ ਪਾਰਟਸ ਜੋ ਨੇ ਇਕੱਠੇ ਅਪਲੋਡ ਕਰ ਦਿੱਤੇ ਜਾਣਗੇ। ਸੋ ਸਟਾਰਟ ਕਰਦੇ ਹਾਂ ਜੀ ਇਹ ਵਾਲੀ ਵੀਡੀਓ। ਸੋ ਸਿੱਧੀਆਂ ਸਿੱਧੀਆਂ ਰਸ ਭਿੰਨੀਆਂ ਕਵਿਤਾਵਾਂ ਤੇ ਰਾਣਾ ਸੂਰਤ ਸਿੰਘ ਜਿਹੇ ਮਹਾਕਾਵ ਲਿਖ ਕੇ ਪੰਜਾਬੀ ਕਿੱਸਾਕਾਰੀ ਦੀ ਰਵਾਇਤੀ ਪਰੰਪਰਾ ਦੇ ਉਲਟ ਪੰਜਾਬੀ ਕਾਵ ਖੇਤਰ ਵਿੱਚ ਨਵੀਆਂ ਲੀਹਾਂ ਸਥਾਪਿਤ ਕਰਨ ਵਾਲੇ ਭਾਈ ਵੀਰ ਸਿੰਘ ਜੀ ਹਨ। ਵਾਰਤਕ ਵਿੱਚ ਨਾਵਲ, ਨਾਟਕ, ਇਤਿਹਾਸਿਕ ਜੀਵਨੀਆਂ, ਲੇਖ, ਸਾਖੀਆਂ, ਟਰੈਕਟ ਆਦਿ ਅੰਗਰੇਜ਼ੀ ਸਾਹਿਤ ਵਿੱਚ ਪ੍ਰਚਲਿਤ ਸਾਰੇ ਰੂਪਾਂ ਨੂੰ ਪੰਜਾਬੀ ਵਿੱਚ ਲਿਆਉਣ ਦੀ ਪਹਿਲ ਇਹਨਾਂ ਨੇ ਕੀਤੀ। ਪੰਜਾਬੀ ਸਾਹਿਤ ਦੇ ਇਸ ਮਹਾਨ ਉਸਰਈਏ ਤੇ ਸਰਬ ਅੰਗੀ ਲੇਖਕ ਦਾ ਜਨਮ ਡਾਕਟਰ ਚਰਨ ਸਿੰਘ ਦੇ ਘਰ 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਵਿੱਚ ਹੋਇਆ। ਇਹਨਾਂ ਦੇ ਘਰਾਣੇ ਦਾ ਸੰਬੰਧ ਸਿੱਖ ਇਤਿਹਾਸ ਦੀ ਮਹਾਨ ਸ਼ਖਸੀਅਤ ਦੀਵਾਨ ਕੌੜਾ ਮੱਲ, ਜਿਸ ਨੂੰ ਦੀਵਾਨ ਮਿੱਠਾ ਮੱਲ ਕਹਿ ਕੇ ਸਨਮਾਨਿਆ ਜਾਂਦਾ ਹੈ, ਨਾਲ ਦੱਸਿਆ ਜਾਂਦਾ ਹੈ। ਆਪ ਦੇ ਬਾਬਾ ਕਾਹਨ ਸਿੰਘ ਜੀ ਮੰਨੇ ਪਰਮੰਨੇ ਧਾਰਮਿਕ ਵਿਅਕਤੀ ਸਨ। ਆਪ ਦੇ ਨਾਨਾ ਪੰਡਿਤ ਹਜ਼ਾਰਾ ਸਿੰਘ ਦੀ ਵਿਦਵਤਾ ਦਾ ਸਿੱਕਾ ਸਾਰੇ ਮੰਨਦੇ ਸਨ। ਛੋਟੇ ਹੁੰਦੇ ਬਹੁਤਾ ਸਮਾਂ ਆਪ ਨਾਨਾ ਜੀ ਪਾਸ ਰਹੇ ਤੇ ਮੁੱਢਲੀ ਵਿੱਦਿਆ ਆਪਨੇ ਇਹਨਾਂ ਦੀ ਹੀ ਨਿਗਰਾਨੀ ਹੇਠ ਪ੍ਰਾਪਤ ਕੀਤੀ। ਡਾਕਟਰ ਚਰਨ ਸਿੰਘ ਵੀ ਚੰਗੇ ਧਾਰਮਿਕ ਲਿਖਾਰੀ ਸਨ। ਸੋ ਪਿਤਾ ਤੇ ਨਾਨਾ ਜੀ ਦੀ ਸੰਗਤ ਦਾ ਆਪ 'ਤੇ ਕਾਫੀ ਪ੍ਰਭਾਵ ਪਿਆ। 10ਵੀਂ ਦਾ ਇਮਤਿਹਾਨ ਜ਼ਿਲ੍ਹੇ ਵਿੱਚੋਂ ਅਵਲ ਰਹਿ ਕੇ ਪਾਸ ਕੀਤਾ। ਛੇਤੀ ਹੀ ਪਿੱਛੋਂ 1898 ਵਿੱਚ ਖਾਲਸਾ ਸਮਾਚਾਰ ਅਖਬਾਰ ਜਾਰੀ ਕੀਤਾ ਜੋ ਅੱਗੇ ਜਾ ਕੇ ਸੰਸਥਾ ਦਾ ਰੂਪ ਧਾਰਨ ਕਰ ਗਿਆ। ਇਸ ਤੋਂ ਸਾਲ ਬਾਅਦ ਨਿਰਗੁਣਿਆਰਾ ਆਰੰਭ ਕੀਤਾ। ਸੋ ਜੀ ਸ਼ੁਰੂ ਤੋਂ ਹੀ ਭਾਈ ਵੀਰ ਸਿੰਘ ਜੀ ਦਾ ਝੁਕਾਅ ਜੋ ਸੀ ਉਹ ਪੰਜਾਬੀ ਸਾਹਿਤ ਵੱਲ ਕਾਫੀ ਸੀ। ਭਾਵੇਂ ਭਾਈ ਸਾਹਿਬ ਨੂੰ ਯੂਨੀਵਰਸਿਟੀ ਦੀ ਉਚੇਰੀ ਵਿੱਦਿਆ ਪ੍ਰਾਪਤ ਕਰਨ ਦਾ ਅਵਸਰ ਨਹੀਂ ਮਿਲਿਆ, ਪਰੰਤੂ ਆਪ ਨੇ ਸੰਸਕ੍ਰਿਤ, ਫਾਰਸੀ, ਉਰਦੂ, ਗੁਰਬਾਣੀ, ਸਿੱਖ ਇਤਿਹਾਸ ਤੇ ਹਿੰਦੂ ਮਿਥਿਹਾਸ ਦੇ ਫਲਸਫੇ ਆਦਿ ਨੂੰ ਖੂਬ ਕੋਖਿਆ ਅਤੇ ਵਾਚਿਆ। ਤੇ ਆਪ ਦੀ ਬਹੁਤੀ ਰਚਨਾ ਜੋ ਹੈ ਉਹਦਾ ਕੇਂਦਰ ਜੋ ਸੀ ਉਹ ਸਿੱਖ ਮਤ ਹੈ ਤੇ ਆਪ ਬਾਰੇ ਇਹ ਕਹਿਣਾ ਠੀਕ ਫੱਬਦਾ ਹੈ ਕਿ ਆਪ ਸਿੱਖ ਪ੍ਰਚਾਰਕ ਪਹਿਲੇ ਸਨ ਤੇ ਸਾਹਿਤਕਾਰ ਪਿੱਛੋਂ ਆਪ ਨੇ ਸਾਰੀ ਰਚਨਾ ਜੋ ਹੈ ਉਹ ਸਿੱਖੀ ਇਤਿਹਾਸ ਤੇ ਸਿੱਖੀ ਸਿਧਾਂਤ ਦੇ ਪ੍ਰਚਾਰ ਹਿੱਤ ਕੀਤੀ। ਇਹ ਧਾਰਮਿਕ ਜਾਗਰਤੀ ਦਾ ਸਮਾਂ ਸੀ ਜਿੱਥੇ ਈਸਾਈਅਤ ਦੇ ਪ੍ਰਚਾਰ ਲਈ ਈਸਾਈ ਮਿਸ਼ਨਰੀ ਮੈਦਾਨ ਵਿੱਚ ਜੁਟੇ ਹੋਏ ਸਨ ਤੇ ਉਸ ਦੇ ਟਾਕਰੇ ਵਿੱਚ ਅਹਿਮਦੀ ਤੇ ਆਰੀਆ ਸਮਾਜੀ ਲਹਿਰਾਂ ਉਰਦੂ ਤੇ ਹਿੰਦੀ ਰਾਹੀਂ ਪ੍ਰਚਾਰ ਕਰ ਰਹੀਆਂ ਸਨ। ਉੱਥੇ ਸਿੰਘ ਸਭਾ ਲਹਿਰ ਵੀ ਪੰਜਾਬੀ ਬੋਲੀ ਤੇ ਸਿੱਖ ਧਰਮ ਦੀ ਰੱਖਿਆ ਲਈ ਮੈਦਾਨ ਵਿੱਚ ਪ੍ਰਵੇਸ਼ ਕਰ ਚੁੱਕੀ ਸੀ। ਪਰ ਇਸ ਸੇਵਾ ਦਾ ਜਿੰਨਾ ਕੰਮ ਸਿੰਘ ਸਭਾ ਲਹਿਰ ਦੇ ਸਾਰੇ ਕਾਰਜਕਰਤਾਵਾਂ ਨੇ ਕੀਤਾ, ਭਾਈ ਵੀਰ ਸਿੰਘ ਨੇ ਇਕੱਲਿਆਂ ਉਸ ਤੋਂ ਕਿਤੇ ਵੱਧ ਕੀਤਾ। ਤੇ ਭਾਈ ਵੀਰ ਸਿੰਘ ਜੀ ਜਿੰਨੀਆਂ ਵੀ ਰਚਨਾਵਾਂ ਲਿਖਦੇ ਸੀ ਉਹ ਇਹਨਾਂ ਦੇ ਸਮਾਚਾਰ ਦੀ ਜੋ ਸੰਸਥਾ ਸੀ ਖਾਲਸਾ ਸਮਾਚਾਰ ਸੰਸਥਾ, ਉਹਨਾਂ ਦੇ ਪੱਤਰ ਖਾਲਸਾ ਸਮਾਚਾਰ ਵਿੱਚ ਪ੍ਰਕਾਸ਼ਿਤ ਹੁੰਦੀਆਂ ਸੀ। ਭਾਈ ਮੋਹਨ ਸਿੰਘ ਵੈਦ, ਚਰਨ ਸਿੰਘ ਸ਼ਹੀਦ ਅਤੇ ਧਨੀ ਰਾਮ ਚਾਤਰਿਕ ਇਸ ਸੰਸਥਾ ਨੂੰ ਹੋਰ ਮਜ਼ਬੂਤ ਬਣਾਉਂਦੇ ਨੇ। ਆਪ ਦੀ ਰਚਨਾ ਕਵਿਤਾ ਵਿੱਚ ਵੀ ਹੈ ਤੇ ਵਾਰਤਕ ਵਿੱਚ ਵੀ, ਅਤੇ ਦੋਵੇਂ ਤਰ੍ਹਾਂ ਦੀ ਰਚਨਾ ਇੰਨੀ ਮਹਾਨ ਹੈ ਕਿ ਨਿਰਣਾ ਕਰਨਾ ਔਖਾ ਹੋ ਜਾਂਦਾ ਹੈ ਕਿ ਆਪ ਦੀ ਮਹਾਨਤਾ ਕਵਿਤਾ ਲਿਖਣ ਕਰਕੇ ਹੈ ਜਾਂ ਵਾਰਤਕ ਰਚਨਾ ਕਰਕੇ। ਕਵਿਤਾ ਵਿੱਚ ਜਿੱਥੇ ਆਪ ਨੇ ਪ੍ਰਚਲਿਤ ਛੰਦਾਂ, ਬੈਂਤ, ਕਬਿਤ, ਦੋਰਾ, ਸੋਰਠਾ, ਦਵਈਆ, ਚੌਪਈ, ਗਜ਼ਲ ਆਦਿ ਨੂੰ ਕਾਵ ਰਚਨਾ ਲਈ ਚੁਣਿਆ, ਉੱਥੇ ਕਈ ਨਵੇਂ ਛੰਦਾਂ ਵਿੱਚ ਵੀ ਕਵਿਤਾ ਲਿਖੀ। ਕਿਤੇ ਕਿਤੇ ਲੋਕ ਗੀਤਾਂ ਦੀਆਂ ਧਾਰਨਾ ਵੀ ਗ੍ਰਹਿਣ ਕੀਤੀਆਂ, ਜਿਵੇਂ ਕੰਬ ਦੀ ਕਲਾਈ ਵਿੱਚ। ਕਈ ਵਾਰ ਹਿੰਦੀ, ਫਾਰਸੀ, ਉਰਦੂ ਤੇ ਅੰਗਰੇਜ਼ੀ ਛੰਦਾਂ ਤੋਂ ਵੀ ਲਾਭ ਉਠਾਇਆ ਹੈ। ਫਾਰਸੀ ਦੇ ਹਰਮਨ ਪਿਆਰੇ ਛੰਦ ਰੂਪ ਰੁਬਾਈ ਨੂੰ ਸਭ ਤੋਂ ਪਹਿਲਾਂ ਇਹਨਾਂ ਨੇ ਪੁਰਿਆਈ ਦਾ ਨਾਂ ਦਿੱਤਾ। ਸਿਰਖੰਡੀ ਦੇ ਮਹਾਨ ਛੰਦ ਨੂੰ ਥੋੜ੍ਹੇ ਜਿਹੇ ਛੁਟੇਰੇ ਰੂਪ ਵਿੱਚ ਆਪ ਨੇ ਮਹਾਕਾਵ ਰਾਣਾ ਸੂਰਤ ਸਿੰਘ ਵਿੱਚ ਵਰਤਿਆ। ਭਾਈ ਸਾਹਿਬ ਦੀ ਸਮੁੱਚੀ ਕਵਿਤਾ ਨੂੰ 3 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਪ੍ਰਬੰਧ ਕਾਵ, ਜਿਸ ਵਿੱਚ ਰਾਣਾ ਸੂਰਤ ਸਿੰਘ ਲਿਆ ਜਾ ਸਕਦਾ ਹੈ।
ਦੂਜੀ ਪ੍ਰਕਾਰ ਨੂੰ ਗੀਤ ਕਾਵ ਕਿਹਾ ਜਾ ਸਕਦਾ ਹੈ। ਇਸ ਵਿੱਚ ਪ੍ਰੀਤ ਵੀਣਾ ਆਉਂਦੀ ਹੈ। ਤੇ ਤੀਜੀ ਕਿਸਮ ਜੋ ਹੈ ਉਹ ਕੋਸ਼ ਕਾਵ ਹੈ, ਜਿਸ ਵਿੱਚ ਲਹਿਰਾਂ ਦੇ ਹਾਰ, ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਕੰਬ ਦੀ ਕਲਾਈ, ਮੇਰੇ ਸਾਈਆਂ ਜੀਓ ਆਦਿ ਫੁਟਕਲ ਰਚਨਾਵਾਂ ਆਉਂਦੀਆਂ ਹਨ। ਲਹਿਰਾਂ ਦੇ ਹਾਰ 1907 ਤੋਂ 1900 ਈਸਵੀ ਤੱਕ ਰਚੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ। ਇਸ ਵਿੱਚ ਕਵੀ ਦੀ ਕਲਾ ਆਪਣੇ ਸਿਖਰ 'ਤੇ ਪਹੁੰਚੀ ਵਿਖਾਈ ਦਿੰਦੀ ਹੈ। ਇਸ ਸੰਗ੍ਰਹਿ ਨੂੰ 3 ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ 2 ਭਾਗਾਂ ਵਿੱਚ ਡੂੰਘੇ ਦਾਰਸ਼ਨਿਕ ਵਿਚਾਰ ਬੜੇ ਸਰਲ ਢੰਗ ਨਾਲ ਪੇਸ਼ ਕੀਤੇ ਹਨ। ਤੀਜੇ ਭਾਗ ਵਿੱਚ ਮਨੁੱਖੀ ਮਨ ਦੀਆਂ ਪ੍ਰਭੂ ਮਿਲਣ ਲਈ ਵਿਲਕਣੀਆਂ ਨੂੰ ਸ਼ਬਦਾਂ ਦੀ ਜ਼ਬਾਨ ਦਿੱਤੀ ਹੈ। ਤੇ ਭਾਈ ਵੀਰ ਸਿੰਘ ਜੀ ਦੀ ਰਚਨਾ ਮਟਕ ਹੁਲਾਰੇ ਜੋ ਹੈ ਉਹ ਕਸ਼ਮੀਰ ਦੀ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਰਚੀਆਂ ਗਈਆਂ ਕਵਿਤਾਵਾਂ ਦਾ ਸੰਚੈ ਹੈ। ਬਿਜਲੀਆਂ ਦੇ ਹਾਰ 1922 ਅਤੇ 1927 ਵਿਚਲੇ ਸਮੇਂ ਵਿੱਚ ਲਿਖੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ। ਇਹਨਾਂ ਵਿੱਚ ਬੜੇ ਡੂੰਘੇ ਰਹੱਸਵਾਦੀ ਖਿਆਲ ਭਰੇ ਹਨ। ਪ੍ਰੀਤ ਵੀਣਾ ਵਿੱਚ ਭਾਈ ਸਾਹਿਬ ਦੀਆਂ ਛਾਇਆਵਾਦੀ ਕਵਿਤਾਵਾਂ ਸ਼ਾਮਿਲ ਹਨ। ਮੇਰੇ ਸਾਈਆਂ ਜੀਓ 1953 ਵਿੱਚ ਪ੍ਰਕਾਸ਼ਿਤ ਹੋਈ। ਇਸ ਵਿੱਚ ਭਾਈ ਸਾਹਿਬ ਅਧਿਆਤਮਿਕ ਅਨੁਭਵ ਦੀਆਂ ਸਿਖਰਾਂ ਛੂਹਦੇ ਪ੍ਰਤੀਤ ਹੁੰਦੇ ਹਨ। ਭਾਈ ਸਾਹਿਬ ਦੀ ਵਿਚਾਰਧਾਰਾ ਜਾਂ ਜੀਵਨ ਫਲਸਫਾ ਜੋ ਹੈ ਉਹ ਲਗਭਗ ਗੁਰਮਤ ਵਾਲਾ ਹੀ ਹੈ, ਭਾਵੇਂ ਕਿਸੇ ਜਗ੍ਹਾ ਵਿਰੋਧ ਵੀ ਦ੍ਰਿਸ਼ਟੀਗੋਚਰ ਹੁੰਦਾ। ਇਸ ਦੇ ਪ੍ਰਧਾਨ ਅੰਗ ਹਨ ਮਸਤੀ, ਪਿਆਰ, ਸਾਈਂ ਲਈ ਬਿਹਬਲਤਾ, ਕੁਦਰਤ ਦੀ ਸੁੰਦਰਤਾ ਵਿੱਚ ਕਾਦਰ ਦੀ ਝਲਕ ਵੇਖਣਾ, ਖੇੜਾ, ਮਾਨਤਾ ਅਤੇ ਦੇਸ਼ ਪਿਆਰ। ਗੁਰਮਤ ਵਿਚਾਰਧਾਰਾ ਵਿੱਚ ਵਾਹਿਗੁਰੂ ਕੋਲੋਂ ਬੁੱਧੀ ਦੀ ਜਗ੍ਹਾ ਮਸਤੀ ਦੀ ਦਾਤ ਮੰਗੀ ਹੈ, ਕਿਉਂਕਿ ਜੋ ਮਸਤੀ ਹੀ ਅਜਿਹੀ ਸਹਿਜ ਅਵਸਥਾ ਹੈ ਜਿੱਥੇ ਮਨ ਦੀ ਭਟਕਣਾ ਮੁੱਕ ਜਾਂਦੀ ਹੈ ਤੇ ਸ਼ਾਂਤੀ ਤੇ ਟਿਕਾ ਆ ਜਾਂਦਾ ਹੈ। ਭਾਈ ਸਾਹਿਬ ਵੀ ਮਸਤੀ ਵੀ ਵਡਿਆਈ ਗਾਉਂਦੇ ਦਿਸਦੇ ਹਨ। ਹੋਸ਼ਾਂ ਨਾਲੋਂ ਮਸਤੀ ਚੰਗੀ, ਜਿਹੜੀ ਰੱਖਦੀ ਸਦਾ ਟਿਕਾਣੇ। ਸੋ ਭਾਈ ਸਾਹਿਬ ਦਾ ਜੋ ਲਿਖਣ ਦਾ ਅੰਦਾਜ਼ ਸੀ ਉਹ ਕਾਫੀ ਵੱਖਰਾ ਸੀ ਬਾਕੀ ਸਾਹਿਤਕਾਰਾਂ ਨਾਲੋਂ। ਤੇ ਇਸ ਤੋਂ ਬਾਅਦ ਪਿਆਰ ਇੱਕ ਅਮਰ ਤੇ ਸਦੀਵੀ ਵਸਤੂ ਹੈ ਅਤੇ ਉਹ ਪ੍ਰਭੂ ਚਰਨਾਂ ਤੱਕ ਪਹੁੰਚਾਉਣ ਦੀ ਸ਼ਕਤੀ ਰੱਖਦਾ ਹੈ। ਲਪਟ ਲਹਿਰ ਇੱਕ ਪ੍ਰੇਮ ਦੀ, ਕਦੇ ਨਾ ਹੋਏ ਵਿਨਾਸ਼। ਸੱਚੀ ਅੰਸ਼ ਪਿਆਰ ਦੀ, ਸਾਈਂ ਚਰਨ ਪਹੁੰਚਾਏ। ਉਸ ਤੋਂ ਇਲਾਵਾ ਕੁਦਰਤ ਨੂੰ ਭਾਈ ਵੀਰ ਸਿੰਘ ਇੱਕ ਜਿਉਂਦੀ ਜਾਗਦੀ ਪ੍ਰਕਾਸ਼ਮਈ ਸ਼ਕਤੀ ਮੰਨਦੇ ਨੇ ਤੇ ਉਹਦੀ ਹਰ ਝਲਕ ਵਿੱਚ ਕਾਦਰ ਦਾ ਜਲਵਾ ਵੇਖਦੇ ਹਨ। ਵੈਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ, ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇੱਕ ਸਜਦਾ। ਸੋ ਖਿੜੀ ਹੋਈ ਕੁਦਰਤ ਕਵੀ ਨੂੰ ਸਰੂਰ ਨਾਲ ਤੇ ਖੇੜੇ ਨਾਲ ਭਰ ਦਿੰਦੀ ਹੈ ਤੇ ਸਦਾ ਖੇੜੇ ਰਹਿਣ ਦੀ ਪ੍ਰੇਰਨਾ ਦਿੰਦੀ ਪ੍ਰਤੀਤ ਹੁੰਦੀ ਹੈ। ਰੁੱਤ ਉਦਾਸੀ ਦੇ ਵਿੱਚ ਖਿੜ ਕੇ ਪਦਮ ਕੂਕ ਪਏ ਕਹਿੰਦੇ, ਸਦਾ ਬਹਾਰ ਉਹਨਾਂ ਤੇ ਜਿਹੜੇ ਹੋ ਦਿਲਗੀਰ ਨਾ ਬਹਿੰਦੇ। ਖੇੜਾ ਭਰਿਆ ਹਰ ਰੁੱਤੇ ਹੈ, ਹਰ ਹਾਲੇ ਹਰ ਜਾਈ, ਖਹਿੜਾ ਛੱਡਿਆ ਜਿਸ ਨੇ ਇਸ ਦਾ ਰਮਜ ਉਸ ਨੇ ਪਾਈ। ਅਧਿਆਤਮਵਾਦ ਭਾਵੇਂ ਭਾਈ ਸਾਹਿਬ ਦੀ ਕਵਿਤਾ ਦਾ ਮੁੱਖ ਵਿਸ਼ਾ ਹੈ ਅਤੇ ਇਸੇ ਕਰਕੇ ਆਪਦੇ ਕਈ ਆਲੋਚਕ ਆਪਦੇ ਜੀਵਨ ਦਰਸ਼ਨ ਨੂੰ ਅਪਸਾਰਵਾਦੀ ਜਾਂ ਜੀਵਨ ਘੋਲ ਤੋਂ ਤਰਹਿੰਦਾ ਆਖਦੇ ਹਨ, ਪਰ ਮਾਨਵ ਪ੍ਰੇਮ ਅਤੇ ਦੇਸ਼ ਪਿਆਰ ਦੇ ਜਜ਼ਬੇ ਦੀ ਆਪ ਅੰਦਰ ਬਿਲਕੁਲ ਹੀ ਅਣਹੋਂਦ ਨਹੀਂ। ਗੰਗਾ ਰਾਮ, ਕੁਤਬ ਦੀ ਲਾਟ, ਅਵਾਂਤੀਪੁਰ ਦੇ ਖੰਡਰ, ਅਟਕ ਅਤੇ ਕੰਬ ਦੇ ਪੱਥਰ ਆਦਿ ਕਵਿਤਾ ਵਿੱਚੋਂ ਆਪ ਦਾ ਦੇਸ਼ ਪਿਆਰ ਅਤੇ ਮਾਨਵ ਸਨੇਹ ਡੁੱਲ ਪੈਂਦਾ ਹੈ। ਹਾਂ, ਇਹ ਠੀਕ ਹੈ ਕਿ ਉਹ ਮੋਹਨ ਸਿੰਘ, ਅੰਮ੍ਰਿਤਾ, ਬਾਵਾ ਬਲਵੰਤ ਆਦਿ ਕਵੀਆਂ ਵਰਗੇ ਕ੍ਰਾਂਤੀਕਾਰੀ ਨਹੀਂ, ਪਰ ਇੱਕ ਅਧਿਆਤਮਵਾਦੀ ਕਵੀ ਕੋਲੋਂ ਇਸ ਦੀ ਆਸ ਕਰਨਾ ਯੋਗ ਨਹੀਂ। ਕੁਝ ਵੀ ਹੋਵੇ, ਵਲਵਲੇ ਦੀ ਸੂਖਮਤਾ ਅਤੇ ਬੋਲੀ ਦਾ ਮਿਠਾਸ ਆਦਿ ਗੁਣਾਂ ਕਰਕੇ ਆਪ ਦੀ ਕਵਿਤਾ ਪੰਜਾਬੀ ਕਾਵਿ ਸਾਹਿਤ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੀ ਹੈ। ਕਵਿਤਾ ਵਾਂਗ ਨਵੀਨ ਪੰਜਾਬੀ ਵਾਰਤਕ ਦੇ ਵੀ ਭਾਈ ਵੀਰ ਸਿੰਘ ਮੋਢੀ ਮੰਨੇ ਜਾਂਦੇ ਹਨ। ਇਸ ਖੇਤਰ ਵਿੱਚ ਵੀ ਪੰਜਾਬੀ ਸਾਹਿਤ ਨੂੰ ਆਪ ਦੀ ਦੇਣ ਮਹਾਨ ਹੈ। ਆਪ ਨੇ ਵਾਰਤਕ ਦੇ ਸਾਰੇ ਰੂਪ, ਨਾਵਲ, ਨਾਟਕ, ਲੇਖ, ਜੀਵਨੀ, ਇਤਿਹਾਸਕ ਬਿਰਤਾਂਤ, ਵਿਆਖਿਆ, ਸਮਾਲੋਚਨਾ, ਸੰਪਾਦਨਾ, ਕੋਸ਼ਕਾਰੀ ਆਦਿ ਸਾਹਿਤ ਰਚਨਾ ਲਈ ਵਰਤੇ ਹਨ। ਸੁੰਦਰੀ, ਵਿਜੈ ਸਿੰਘ ਤੇ ਸਤਵੰਤ ਕੌਰ ਇਤਿਹਾਸਕ ਨਾਵਲਾਂ ਦੇ ਉੱਤਮ ਨਮੂਨੇ ਹਨ, ਜਿਨ੍ਹਾਂ ਵਿੱਚੋਂ ਸਿੱਖੀ ਸ਼ਰਧਾ ਦੇ ਪਿਆਰ ਡੁੱਲ ਪੈਂਦੇ ਹਨ। ਬਾਬਾ ਨੌਧ ਸਿੰਘ ਇੱਕ ਸਮਾਜਿਕ ਤੇ ਸਦਾਚਾਰਕ ਨਾਵਲ ਹੈ, ਜਿਸ ਵਿੱਚ ਬਾਬਾ ਨੌਧ ਸਿੰਘ ਸਾਰਿਆਂ ਦਾ ਸਰਬ ਸਾਂਝਾ ਬਾਬਾ ਦੇ ਸੌਂਦਾ ਹੈ। ਸ਼੍ਰੀ ਗੁਰੂ ਨਾਨਕ ਚਮਤਕਾਰ, ਕਲਗੀਧਰ
ਚਮਤਕਾਰ ਤੇ ਅਸ਼ਟਗੁਰੂ ਚਮਤਕਾਰ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਜੀਵਨ ਬੜੇ ਵਿਸਥਾਰਪੂਰਵਕ ਅਤੇ ਵਾਕਫੀ ਭਰੇ ਢੰਗ ਨਾਲ ਦਿੱਤੇ ਹਨ। ਇਹਨਾਂ ਤੋਂ ਇਲਾਵਾ ਖਾਲਸਾ ਟਰੈਕਟ ਸੁਸਾਇਟੀ ਵੱਲੋਂ ਛਾਪੇ ਗਏ ਕਈ ਟਰੈਕਟ, ਲੇਖ ਤੇ ਜੀਵਨੀਆਂ ਆਦਿ ਵਿੱਚ ਵੀ ਭਾਈ ਸਾਹਿਬ ਦੀ ਵਾਰਤਕ ਦੀਆਂ ਉੱਤਮ ਵੰਨਗੀਆਂ ਮਿਲਦੀਆਂ ਹਨ। ਰਾਜਾ ਲਖਦਾਤਾ ਸਿੰਘ ਆਪ ਦਾ ਪ੍ਰਸਿੱਧ ਨਾਟਕ ਹੈ। ਸੋ ਜੀ ਇਹਦੇ ਵਿੱਚ ਮੈਂ ਤੁਹਾਨੂੰ ਕਾਫੀ ਸਾਰੀਆਂ ਇਹਨਾਂ ਦੀਆਂ ਰਚਨਾਵਾਂ ਦੱਸੀਆਂ ਨੇ, ਤਾਂ ਉਹ ਵਾਲੇ ਪੁਆਇੰਟ ਸਾਰੇ ਤੁਸੀਂ ਨੋਟ ਕਰ ਲਿਆ ਕਰੋ ਨਾਲ ਦੀ ਨਾਲ, ਕਿਉਂਕਿ ਬਹੁਤ ਸਾਰੀਆਂ ਬੁੱਕਸ ਤੋਂ ਮੈਂ ਇਕੱਠੇ ਕਰਕੇ ਪੁਆਇੰਟਸ ਫਿਰ ਤੁਹਾਨੂੰ ਦੱਸਦੀ ਹਾਂ। ਸੋ ਕਈ ਵਾਰੀ ਕਿਸੇ ਬੁੱਕ ਦੇ ਵਿੱਚੋਂ ਮਿਸਿੰਗ ਹੁੰਦੇ ਨੇ, ਸੋ ਜੋ ਵੀ ਪੁਆਇੰਟ ਤੁਹਾਨੂੰ ਲੱਗਦਾ ਕਿ ਤੁਸੀਂ ਪਹਿਲਾਂ ਨਹੀਂ ਪੜ੍ਹਿਆ ਹੁੰਦਾ ਉਹ ਨਾਲ ਹੀ ਨੋਟ ਕਰ ਲਿਆ ਕਰੋ। ਬੋਲੀ ਦੇ ਪੱਖ ਤੋਂ ਵੀ ਭਾਈ ਵੀਰ ਸਿੰਘ ਜੀ ਨੇ ਬੜਾ ਸ਼ਲਾਘਾਯੋਗ ਕੰਮ ਕੀਤਾ। ਸ਼੍ਰੀ ਗੁਰੂ ਗ੍ਰੰਥ ਕੋਸ਼ ਤਿਆਰ ਕਰਕੇ ਸ਼ਬਦਕ ਵਿਆਖਿਆ ਵਿਆਕਰਨਕ ਸੂਝ ਅਨੁਸਾਰ ਕੀਤੀ ਹੈ। ਭਾਈ ਸੰਤੋਖ ਸਿੰਘ ਦੀ ਰਚਨਾ ਗੁਰਪ੍ਰਤਾਪ ਸੂਰਜ ਦਾ ਪੰਜਾਬੀ ਵਿੱਚ ਟੀਕਾ ਕੀਤਾ। ਆਪ ਇੱਕ ਸੁਲਝੇ ਹੋਏ ਸੰਪਾਦਕ ਵੀ ਸਨ। ਕਬਿਤ ਤੇ ਸਵਈਏ ਭਾਈ ਗੁਰਦਾਸ, ਪੁਰਾਤਨ ਜਨਮ ਸਾਖੀ, ਸਿੱਖਾਂ ਦੀ ਭਗਤਮਾਲਾ ਅਤੇ ਗਿਆਨ ਰਤਨਾਵਲੀ ਆਦਿ ਗ੍ਰੰਥਾਂ ਦੀ ਸੰਪਾਦਨਾ ਆਪਨੇ ਬੜੀ ਸੁਚੱਜਤਾ ਨਾਲ ਕੀਤੀ ਹੈ। ਭਾਈ ਵੀਰ ਸਿੰਘ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਹਨਾਂ ਦੀ ਪੰਜਾਬੀਅਤ ਹੈ। ਸੋ ਇਸੇ ਕਰਕੇ ਭਾਈ ਸਾਹਿਬ ਦੀਆਂ ਸਾਹਿਤਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬ ਯੂਨੀਵਰਸਿਟੀ ਵੱਲੋਂ ਆਪ ਨੂੰ ਸਨਮਾਨ ਵਜੋਂ 1949 ਈਸਵੀ ਵਿੱਚ ਡਾਕਟਰ ਆਫ ਓਰੀਐਂਟਲ ਲਰਨਿੰਗ ਦੀ ਡਿਗਰੀ ਭੇਟ ਕੀਤੀ ਗਈ। 1952 ਵਿੱਚ ਆਪ ਨੂੰ ਪੰਜਾਬ ਲੈਜਿਸਲੇਟਿਵ ਕਾਉਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ। 1950 ਵਿੱਚ ਆਪ ਨੂੰ ਸਤਿਕਾਰਦੇ ਹੋਏ ਸਿੱਖ ਵਿਦਿਅਕ ਕਾਨਫਰੰਸ ਤੇ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ। ਆਪ ਦੀ ਕਾਵਿ ਪੁਸਤਕ ਮੇਰੇ ਸਾਈਆਂ ਜੀਓ ਨੂੰ ਭਾਰਤ ਸਰਕਾਰ ਦੀ ਸਾਹਿਤ ਅਕੈਡਮੀ ਸੰਸਥਾ ਵੱਲੋਂ 50,000 ਰੁਪਏ ਇਨਾਮ ਵੀ ਦਿੱਤਾ ਗਿਆ। ਸੋ ਭਾਈ ਸਾਹਿਬ ਇੱਕ ਉੱਚੇ ਤੇ ਅਣਥੱਕ ਸਾਹਿਤਕਾਰ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਭੰਡਾਰੇ ਨੂੰ ਸਿਰਫ ਗਿਣਨਾਤਮਕ ਤੌਰ 'ਤੇ ਨਹੀਂ, ਗੁਣਾਤਮਕ ਤੌਰ ਦੋਹਾਂ ਪੱਖਾਂ ਤੋਂ ਹੀ ਭਰਪੂਰ ਕੀਤਾ। ਸੋ ਬਹੁਤ ਹੀ ਸ਼ਲਾਘਾਯੋਗ ਇਹਨਾਂ ਦਾ ਯੋਗਦਾਨ ਹੈ ਪੰਜਾਬੀ ਸਾਹਿਤ ਨੂੰ ਤੇ ਸਿੱਖ ਇਤਿਹਾਸ ਨੂੰ। ਹੁਣ ਗੱਲ ਕਰਦੇ ਹਾਂ ਜੀ ਇਹਨਾਂ ਦੀਆਂ ਰਚਨਾਵਾਂ ਦੀ, ਕਿ ਇਹਨਾਂ ਨੇ ਕਿਹੜੀਆਂ-ਕਿਹੜੀਆਂ ਰਚਨਾਵਾਂ ਲਿਖੀਆਂ। ਭਾਈ ਵੀਰ ਸਿੰਘ ਜੀ ਦੀਆਂ ਮੁੱਖ ਰਚਨਾਵਾਂ ਦੇ ਵਿੱਚ ਸੁੰਦਰੀ 1898 ਈਸਵੀ, ਵਿਜੇ ਸਿੰਘ 1899, ਸਤਵੰਤ ਕੌਰ 2 ਭਾਗ 1890 ਤੇ 1927, ਸੱਤ ਔਖੀਆਂ ਰਾਤਾਂ 1919, ਬਾਬਾ ਨੌਧ ਸਿੰਘ 1921, ਸਤਵੰਤ ਕੌਰ ਭਾਗ ਦੂਜਾ 1927, ਰਾਣਾ ਭਬੋਰ। ਉਸ ਤੋਂ ਇਲਾਵਾ ਜੀ ਗੈਰ ਗਲਪ ਦੇ ਵਿੱਚ ਇਹਨਾਂ ਨੇ ਜੀਵਨੀਆਂ ਲਿਖੀਆਂ। ਸ਼੍ਰੀ ਕਲਗੀਧਰ ਚਮਤਕਾਰ 1925, ਪੁਰਾਤਨ ਜਨਮ ਸਾਖੀ 1926, ਸ਼੍ਰੀ ਗੁਰੂ ਨਾਨਕ ਚਮਤਕਾਰ 1928, ਭਾਈ ਝੰਡਾ ਜੀਓ 1933, ਭਾਈ ਭੂਮੀਆਂ ਅਤੇ ਕਲਯੁਗ ਦੀ ਸਾਖੀ 1936, ਸੰਤ ਗਾਥਾ 1938, ਸ਼੍ਰੀ ਅਸ਼ਟਗੁਰ ਚਮਤਕਾਰ ਭਾਗ 1 ਤੇ 2 1952, ਗੁਰਸਿੱਖਵਾੜੀ 1951, ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਗੁਰਬਾਲਮ ਸਾਖੀਆਂ 1955, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੁਰਬਾਲਮ ਸਾਖੀਆਂ 1955। ਉਸ ਤੋਂ ਬਾਅਦ ਜੀ ਟੀਕੇ ਅਤੇ ਹੋਰ ਰਚਨਾਵਾਂ। ਸਿੱਖਾਂ ਦੀ ਭਗਤਮਾਲਾ ਲਿਖੀ ਸੀ ਇਹਨਾਂ ਨੇ 1912 ਵਿੱਚ, ਪ੍ਰਾਚੀਨ ਪੰਥ ਪ੍ਰਕਾਸ਼ 1914 ਵਿੱਚ, ਗੰਜਨਾਮਾ ਸਟੀਕ 1914 ਵਿੱਚ, ਸ਼੍ਰੀ ਗੁਰੂ ਗ੍ਰੰਥ ਕੋਸ਼ 1927 ਵਿੱਚ, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਸਟੀਪਨ 1927 ਤੋਂ 1935, ਟਿੱਪਣੀਆਂ ਸਹਿਤ 14 ਜਿਲਦਾਂ ਵਿੱਚ ਇਸ ਗ੍ਰੰਥ ਨੂੰ ਪ੍ਰਕਾਸ਼ਿਤ ਕੀਤਾ। ਦੇਵੀ ਪੂਜਨ ਪੜਤਾਲ 1932, ਪੰਜ ਗ੍ਰੰਥੀ ਸਟੀਕ 1940, ਕਬਿਤ ਭਾਈ ਗੁਰਦਾਸ 1940, ਵਾਰਾਂ ਭਾਈ ਗੁਰਦਾਸ, ਬਨ ਜੁੱਧ, ਸਾਖੀ ਪੋਥੀ 1950। ਇਸ ਤੋਂ ਇਲਾਵਾ ਜੀ ਭਾਈ ਵੀਰ ਸਿੰਘ ਜੀ ਨੇ ਕਵਿਤਾਵਾਂ ਵੀ ਲਿਖੀਆਂ। ਦਿਲ ਤਰੰਗ 1920, ਤਰੇਲ ਤੁਪਕੇ 1921, ਲਹਿਰਾਂ ਦੇ ਹਾਰ 1921, ਮਟਕ ਹੁਲਾਰੇ 1922, ਬਿਜਲੀਆਂ ਦੇ ਹਾਰ 1927, ਪ੍ਰੀਤ ਵੀਣਾ, ਮੇਰੇ ਸਾਈਆਂ ਜੀਓ 1953, ਇਹ ਸਭ ਤੋਂ ਇੰਪੋਰਟੈਂਟ ਹੈ, ਕੰਬ ਦੀ ਕਲਾਈ, ਨਿੱਕੀ ਗੋਦ ਵਿੱਚ। ਸੋ ਜੀ ਉਸ ਤੋਂ ਇਲਾਵਾ ਭਾਈ ਵੀਰ ਸਿੰਘ ਜੀ ਨੂੰ ਸਨਮਾਨ ਮਿਲੇ ਜੋ। ਤੋਂ ਪਹਿਲਾਂ ਵੈਸੇ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਇਹਨਾਂ ਨੂੰ ਕਿਹੜੇ-ਕਿਹੜੇ ਸਨਮਾਨ ਦਿੱਤੇ ਗਏ। 1956 ਵਿੱਚ ਪਦਮ ਭੂਸ਼ਣ ਅਵਾਰਡ ਵੀ ਮਿਲਿਆ ਸੀ ਜੀ ਭਾਈ ਵੀਰ ਸਿੰਘ ਜੀ ਨੂੰ। ਹੁਣ ਗੱਲ ਕਰਦੇ ਹਾਂ ਇਹਨਾਂ ਦੀਆਂ ਮੁੱਖ ਰਚਨਾਵਾਂ ਦੀ। ਜਿਹੜਾ ਇਹਨਾਂ ਦਾ ਮਹਾਂਕਾਵ ਸੀ ਰਾਣਾ ਸੂਰਤ ਸਿੰਘ,
ਆਧੁਨਿਕ ਕਵਿਤਾ ਤੇ ਇਤਿਹਾਸ ਵਿੱਚ 1905 ਵਿੱਚ ਰਚੇ ਆਪਣੇ ਮਹਾਂਕਾਵਿ ਰਾਣਾ ਸੁਰਤ ਸਿੰਘ ਨਾਲ ਪ੍ਰਵੇਸ਼ ਕਰਦੇ ਹਨ। ਇਸ ਵਿੱਚ ਪਹਿਲੀ ਵਾਰ ਕਥਾ ਵਸਤੂ ਲਈ ਕਿੱਸਾ ਕਾਵਿ ਦੀ ਪਰੰਪਰਾ ਦਾ ਤਿਆਗ ਕਰਕੇ ਇਸ ਮਹਾਂਕਾਵਿ ਦੀ ਪਰੰਪਰਾ ਨਾਲ ਜੋੜਿਆ ਗਿਆ ਹੈ। ਇਸ ਵਿੱਚ ਸ਼ਾਂਤ ਰਸ ਲਈ ਸਿਰਖੰਡੀ ਛੰਦ ਦੀ ਵਰਤੋਂ ਕੀਤੀ ਗਈ ਹੈ। ਦਰਸ਼ਨਿਕ ਆਦਰਸ਼ ਨੂੰ ਪੂਰੀ ਤਰ੍ਹਾਂ ਸਪਸ਼ਟ ਕੀਤਾ ਗਿਆ ਹੈ। ਉਹਨਾਂ ਦਾ ਆਧਾਰ ਗੁਰਮਤ ਦਰਸ਼ਨ ਹੈ। ਰਾਣਾ ਸੁਰਤ ਸਿੰਘ ਦੀ ਕੌਮੀ ਯੁੱਧ ਵਿੱਚ ਸ਼ਹੀਦੀ ਪਿੱਛੋਂ ਉਸਦੀ ਪਤਨੀ ਰਾਣੀ ਰਾਜ ਕੌਰ ਉਸਦੇ ਵਿਛੋੜੇ ਵਿੱਚ ਵਿਆਕੁਲ ਹੋਈ ਤੜਫਦੀ ਹੈ। ਇਸ ਦਰਦ ਨੂੰ ਮਿਟਾਉਣ ਲਈ ਯਤਨ ਕੀਤੇ ਜਾਂਦੇ ਹਨ, ਪਰ ਅੰਤ ਗੁਰਮਤ ਦਾ ਹੀ ਸਹਾਰਾ ਉਸਨੂੰ ਆਤਮਿਕ ਸੁੱਖ ਦਿੰਦਾ ਹੈ। ਇਸ ਵਿੱਚ ਕੁਦਰਤ ਦਾ ਵਰਣਨ ਕਾਫੀ ਅਦਭੁਤ ਹੈ। ਇਹ ਸ਼ਾਂਤੀ ਤੇ ਗਿਆਨ ਦਾ ਵਹਿੰਦਾ ਦਰਿਆ ਹੈ। ਬਦਲ ਰਹੇ ਬਿਰਾਜ ਪਰਬਤ ਉੱਪਰ ਕਾਲੇ ਰੂਪ ਵਿਸ਼ਾਲ ਬੈਠੇ ਐਗੁਰਾਂ ਜ਼ਿਕਰ ਹਾਥੀ ਹੋਣ ਬੈਠੇ ਥਾਉ ਥਾਂ। ਇਨ੍ਹਾਂ ਬਦਲਾਂ ਕੇਰੇ ਕਿੰਗਰੇ ਉਗੜੇ ਨਾਲ ਸੁਨਹਿਰੀ ਚਾਲ ਚਮਕੇ ਲਾਲ ਹੋ। ਭਾਈ ਵੀਰ ਸਿੰਘ ਜੀ ਦੀਆਂ ਛੋਟੀਆਂ ਕਵਿਤਾਵਾਂ ਵਿੱਚ ਵਿਸ਼ੇ ਦੇ ਰੂਪ ਦੀ ਕਾਫੀ ਵੰਨਗੀ ਮਿਲਦੀ ਹੈ। ਉਸ ਤੋਂ ਇਲਾਵਾ ਭਾਈ ਵੀਰ ਸਿੰਘ ਜੀ ਪ੍ਰਗੀਤਕ ਕਵਿਤਾ ਦੇ ਵੀ ਮੋਢੀ ਨੇ ਅਤੇ ਉਹਨਾਂ ਦੀ ਕਵਿਤਾ ਦਾ ਸੁਹਜਾਤਮਕ ਪੱਧਰ ਬੜਾ ਉੱਚਾ ਹੈ। ਜਿਵੇਂ ਕੰਬ ਦੀ ਕਲਾਈ ਸਭ ਤੋਂ ਹੀ ਅਗਰ ਦੇਖਿਆ ਜਾਵੇ ਤਾਂ ਪਸੰਦੀਦਾ ਕਵਿਤਾ ਹੋਏਗੀ ਸਭ ਦੀ। ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਤਾਂ ਗਲਵੱਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ, ਤਾਚਰ ਨਾ ਤੇ ਸੀਸ ਨਿਵਾਇਆ, ਸਾਡੇ ਮੱਥੇ ਛੋ ਨਾ ਪਾਈ, ਤੁਸੀਂ ਉੱਚੇ ਅਸੀਂ ਨੀਵੇਂ ਸਾਂ, ਸਾਡੀ ਪੇਸ਼ ਨਾ ਗਈਆ ਕਾਈ, ਫਿਰ ਲੜ ਫੜਨੇ ਨੂੰ ਉੱਠ ਦੌੜੇ, ਪਰ ਲੜਿਓ ਬਿਜਲੀ ਲਹਿਰਾ, ਉੱਡਦਾ ਜਾਂਦਾ ਪਰਿਓ ਆਪਣੀ, ਛੋ ਸਾਨੂੰ ਗਿਆ ਲਾਈ, ਮਿੱਟੀ ਚਮਕ ਪਈ ਇਹ ਮੋਈ, ਤੇ ਤੁਸੀਂ ਲੂਆਂ ਵਿੱਚ ਲਿਸ਼ਕੇ, ਬਿਜਲੀ ਕੂੰਦ ਗਈ ਥਰਰਾਂਦੀ, ਹੁਣ ਚੱਕਾ ਚੂੰਦ ਹੈ ਛਾਈ। ਜੀ ਇਹ ਸੀ ਸਾਰਾ ਭਾਈ ਵੀਰ ਸਿੰਘ ਜੀ ਨੇ ਜਿੰਨਾ ਵੀ ਪੰਜਾਬੀ ਸਾਹਿਤ ਤੇ ਸਿੱਖ ਇਤਿਹਾਸ ਵਿੱਚ ਯੋਗਦਾਨ ਪਾਇਆ। ਸੋ ਅੱਧੀ ਸਦੀ ਤੋਂ ਵਧੇਰੇ ਇਹਨਾਂ ਨੇ ਪੰਜਾਬੀ ਸਾਹਿਤ ਤੇ ਸਿੱਖ ਇਤਿਹਾਸ ਦੀ ਸੇਵਾ ਕੀਤੀ ਅਤੇ ਉਸ ਤੋਂ ਬਾਅਦ 10 ਜੂਨ ਨੂੰ ਇੱਕ ਮਹਾਨ ਕਵੀ ਤੇ ਚਿੰਤਕ ਦਾ ਜੋ ਹੈ ਦੇਹਾਂਤ ਹੋਇਆ। 10 ਜੂਨ 1957 ਇਹਨਾਂ ਦੀ ਜੋ ਹੈ ਅਸਲ ਤਰੀਕ ਹੈ, ਬਟ ਕਈ ਜਗ੍ਹਾ 'ਤੇ ਤੁਹਾਨੂੰ 1958 ਵੀ ਲਿਖਿਆ ਮਿਲਿਆ ਹੋ ਸਕਦਾ। ਸੋ 1957 ਹੀ ਜ਼ਿਆਦਾਤਰ ਕਿਤਾਬਾਂ ਦੇ ਵਿੱਚ ਮਿਲਦਾ। ਸੋ ਭਾਈ ਵੀਰ ਸਿੰਘ ਜੀ ਬਾਰੇ ਜਿੰਨਾ ਵੀ ਕਿਹਾ ਜਾਵੇ ਓਨਾ ਹੀ ਥੋੜ੍ਹਾ ਹੈ। ਅਤੇ ਜਿੰਨੇ ਵੀ ਹੁਣ ਮੈਂ ਤੁਹਾਨੂੰ ਪੁਆਇੰਟਸ ਦੱਸੇ ਨੇ ਸਾਰੇ ਪਲੀਜ਼ ਨੋਟ ਡਾਊਨ ਕਰ ਲਿਓ। ਅਤੇ ਹਲੇ ਅਗਰ ਤੁਸੀਂ ਸੰਪਾਦਕੀ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਦੈਨ ਜੋ ਭਾਗ ਦੂਜਾ ਹੈ ਵੀਡੀਓ ਦਾ ਉਹ ਜ਼ਰੂਰ ਦੇਖਿਓ, ਉਹਦੇ ਵਿੱਚ ਸਾਰੇ ਪੁਆਇੰਟਸ ਕਵਰ ਕੀਤੇ ਹੋਏ ਨੇ। ਸੋ ਆਈ ਹੋਪ ਕਿ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ। ਸੋ ਬਾਕੀਆਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ ਅਤੇ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ। ਥੈਂਕ ਯੂ, ਥੈਂਕਸ।